हाँ जी, ਅੱਜ ਆਪਾਂ ਕਲਾਸ 12th ਚੈਪਟਰ ਨੰਬਰ 4 ਮੂਵਿੰਗ ਚਾਰਜਿਸ ਐਂਡ ਮੈਗਨੇਟਿਜ਼ਮ ਨੂੰ ਡਿਸਕਸ ਕਰਾਂਗੇ। ਹਾਂਜੀ, ਕੀ ਹੁੰਦਾ ਹੈ ਮੂਵਿੰਗ ਚਾਰਜਿਸ ਐਂਡ ਮੈਗਨੇਟਿਜ਼ਮ? ਜਿਸ ਤਰ੍ਹਾਂ ਆਪਾਂ ਨੇ ਲਾਸਟ 2 ਚੈਪਟਰਸ ਦੇ ਵਿੱਚ ਸਟੱਡੀ ਕੀਤਾ ਸੀ ਕਿ ਹਾਂਜੀ ਚਾਰਜਿਸ ਮੂਵ ਕਰਦੇ ਨੇ, ਮੋਸ਼ਨ ਹੁੰਦਾ ਹੈ ਪਲੇਨ ਸਟ੍ਰੇਟ ਲਾਈਨ ਦੇ ਵਿੱਚ ਔਰ ਪਲੇਨ ਦੇ ਵਿੱਚ। ਠੀਕ ਹੈ, ਕਿਹਦਾ ਮੋਸ਼ਨ ਸੀ ਉਹ? ਚਾਰਜਿਸ ਦਾ, ਇਲੈਕਟ੍ਰੋਨਸ ਦਾ। ਉਹੀ ਆਪਾਂ ਨੇ ਇਸ ਚੈਪਟਰ ਦੇ ਵਿੱਚ ਪੜ੍ਹਨਾ। ਬਟ ਇਸ ਦੇ ਵਿੱਚ ਕੀ ਹੋਏਗਾ, ਜਦੋਂ ਚਾਰਜ ਮੂਵ ਕਰਦੇ ਆ ਕਿਸੇ ਵੀ ਕੰਡਕਟਰ ਦੇ ਵਿੱਚੋਂ ਜਾਂ ਕਿਸੇ ਵੀ ਵਾਇਰ ਦੇ ਵਿੱਚੋਂ, ਜਦੋਂ ਚਾਰਜਿਸ ਮੂਵ ਕਰਦੇ ਆ ਤਾਂ ਉਹਨਾਂ ਨੂੰ ਕੀ ਬੋਲਦੇ ਆ ਕਿ ਕਰੰਟ ਫਲੋ ਕਰ ਰਿਹਾ। ਚਾਰਜਿਸ ਮੂਵ ਕਰਨਾ ਮਤਲਬ ਕਰੰਟ ਦਾ ਫਲੋ ਕਰਨਾ। ਠੀਕ ਹੈ, ਹੁਣ ਅਗਰ ਕਿਸੇ ਵੀ ਕੰਡਕਟਰ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਤਾਂ ਉਸ ਦੇ ਅਰਾਊਂਡ ਇੱਕ ਨੀਅਰਲੀ ਸਪੇਸ ਦੇ ਵਿੱਚ ਇੱਕ ਮੈਗਨੈਟਿਕ ਫੀਲਡ ਕ੍ਰੀਏਟ ਹੋ ਜਾਂਦਾ ਹੈ। ਉਸੇ ਨੂੰ ਆਪਾਂ ਬੋਲਦੇ ਹਾਂ ਮੈਗਨੇਟਿਜ਼ਮ। ਤਾਂ ਹੁਣ ਫੁੱਲ ਚੈਪਟਰ ਦੇ ਵਿੱਚ ਆਪਾਂ ਨੇ ਇਹੀ ਚੀਜ਼ ਸਟੱਡੀ ਕਰਨੀ ਹੈ ਕਿ ਕਿਸ ਤਰ੍ਹਾਂ ਚਾਰਜਿਸ ਮੂਵ ਕਰਦੇ ਹੈ ਅਤੇ ਚਾਰਜਿਸ ਮੂਵ ਕਰਨ ਨਾਲ ਕਿਸ ਤਰ੍ਹਾਂ ਕਰੰਟ ਫਲੋ ਹੁੰਦਾ ਹੈ। ਐਂਡ ਜੇ ਅਗਰ ਕਰੰਟ ਫਲੋ ਹੁੰਦਾ ਹੈ ਤਾਂ ਉਸ ਕੰਡਕਟਰ ਦੇ ਅਰਾਊਂਡ ਇਨ ਸਰਕੂਲਰ ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ ਇੱਕ ਮੈਗਨੈਟਿਕ ਫੀਲਡ ਆ ਜਾਏਗਾ। ਫਸਟਲੀ ਜਿਸ ਤਰ੍ਹਾਂ ਆਪਣੇ ਕੋਲ ਆਉਂਦੀ ਹੈ ਇੰਟਰੋਡਕਸ਼ਨ। ਤਾਂ ਇੰਟਰੋਡਕਸ਼ਨ ਦੇ ਵਿੱਚ ਆਪਾਂ ਨੇ ਇਹੀ ਚੀਜ਼ ਕੀਤੀ ਸੀ ਕਿ ਦੋਨੋਂ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ, ਆਪਾਂ ਨੂੰ ਸੀ ਕਿ ਜੋ ਇਲੈਕਟ੍ਰੀਸਿਟੀ ਹੈ ਠੀਕ ਹੈ ਉਹ ਇਲੈਕਟ੍ਰਿਕ ਫੀਲਡ ਨਾਲ ਰਿਲੇਟ ਕਰਦੀ ਹੈ ਐਂਡ ਜੋ ਮੈਗਨੇਟਿਜ਼ਮ ਹੈ ਉਹ ਮੈਗਨੈਟਿਕ ਫੀਲਡ ਨਾਲ। ਬਟ ਨਹੀਂ, ਇਹ ਦੋਨੋਂ ਕੀ ਹੁੰਦੇ ਨੇ, ਇੰਟਰ ਰਿਲੇਟਡ ਨੇ। ਜੋ ਮੈਗਨੇਟਿਜ਼ਮ ਹੈ ਉਹ ਇਲੈਕਟ੍ਰੀਸਿਟੀ ਤੋਂ ਹੀ ਪ੍ਰੋਡਿਊਸ ਹੋ ਰਹੀ ਹੈ, ਕਿਉਂਕਿ ਇਲੈਕਟ੍ਰੀਸਿਟੀ ਕੀ ਹੁੰਦਾ ਹੈ, ਚਾਰਜਿਸ ਫਲੋ ਹੈ ਨਾ, ਚਾਰਜਿਸ ਫਲੋ ਕਰਨੀਆਂ ਅਤੇ ਉਹਦੇ ਨਾਲ ਕਰੰਟ ਆਉਣਾ। ਹੁਣ ਜੋ ਕਰੰਟ ਸੀ ਉਸ ਤੋਂ ਹੀ ਕੀ ਆ ਰਿਹਾ, ਮੈਗਨੈਟਿਕ ਫੀਲਡ ਆ ਰਿਹਾ। ਕਿਸ ਤਰ੍ਹਾਂ ਫਲੋ ਕਰਦਾ ਜੋ ਮੈਗਨੈਟਿਕ ਫੀਲਡ ਹੁੰਦਾ ਹੈ, ਇੱਕ ਸਰਕਲ ਬਣਾ ਲੈਂਦਾ ਉਸ ਕੰਡਕਟਰ ਦੇ ਅਰਾਊਂਡ। ਅਗਰ ਆਪਣੇ ਕੋਲ ਇੱਕ ਸਟ੍ਰੇਟ ਕੰਡਕਟਰ ਹੈ, ਇੱਕ ਸਟ੍ਰੇਟ ਲਾਈਨ ਹੈ, ਉਹਦੇ ਅਰਾਊਂਡ ਗੋਲ ਗੋਲ ਆਪਾਂ ਕਹਿ ਸਕਦੇ ਸਰਕੂਲਰ ਡਾਇਰੈਕਸ਼ਨ ਦੇ ਵਿੱਚ ਜੋ ਮੈਗਨੈਟਿਕ ਫੀਲਡ ਹੈ ਫਲੋ ਕਰਦਾ। ਆਪਾਂ ਨੇ ਕਿਸ ਤਰ੍ਹਾਂ ਚੈੱਕ ਕੀਤਾ, ਜਿਸ ਤਰ੍ਹਾਂ ਔਰਸਟਡ ਆਏ ਸੀ ਉਹਨਾਂ ਨੇ ਐਕਸਪੈਰੀਮੈਂਟਸ ਕੀਤੇ ਤਾਂ ਉਹਨਾਂ ਨੇ ਇੱਕ ਲਿੱਤਾ, ਇੱਕ ਮੈਗਨੈਟਿਕ ਕੰਪਸ ਲਿੱਤੀ। ਉਸਨੇ ਮੈਗਨੈਟਿਕ ਕੰਪਸ ਉਹਦੇ ਨੀਅਰ ਰੱਖਤੀ ਕੰਡਕਟਰ ਦੇ। ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਚਾਰਜਿਸ ਫਲੋ ਕਰਨ ਲੱਗੇ ਤਾਂ ਕਰੰਟ ਪਾਸ ਕਰਨ ਲੱਗਿਆ। ਜਦੋਂ ਹੀ ਕਰੰਟ ਪਾਸ ਕਰਨ ਲੱਗਿਆ ਤਾਂ ਆਪਣੀ ਜੋ ਮੈਗਨੈਟਿਕ ਕੰਪਸ ਸੀ ਉਹਦੀ ਨੀਡਲ ਨੇ ਡਿਫਲੈਕਸ਼ਨ ਸ਼ੋ ਕੀਤੀ। ਡਿਫਲੈਕਸ਼ਨ ਸ਼ੋ ਮਤਲਬ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ। ਹੁਣ ਅਗਰ ਆਪਣੇ ਚਾਰਜਿਸ ਦਾ ਫਲੋ ਜ਼ਿਆਦਾ ਹੋਏਗਾ, ਜ਼ਿਆਦਾ ਚਾਰਜਿਸ ਫਲੋ ਕਰਨਗੇ ਉਨਾ ਹੀ ਕਰੰਟ ਜ਼ਿਆਦਾ ਫਲੋ ਕਰੇਗਾ, ਔਰ ਜਿੰਨਾ ਕਰੰਟ ਜ਼ਿਆਦਾ ਹੋਏਗਾ ਉਨੀ ਹੀ ਮੈਗਨੈਟਿਕ ਫੀਲਡ ਵੀ ਜ਼ਿਆਦਾ ਹੋਏਗਾ ਅਤੇ ਆਪਣੀ ਮੈਗਨੈਟਿਕ ਕੰਪਸ ਦੀ ਡਿਫਲੈਕਸ਼ਨ ਵੀ ਜ਼ਿਆਦਾ ਹੋਏਗੀ। ਤਾਂ ਔਰਸਟਡ ਨੇ ਵੀ ਇਹੀ ਕੰਕਲੂਡ ਕੀਤਾ ਸੀ ਕਿ ਜੋ ਚਾਰਜਿਸ ਦਾ ਮੂਵਿੰਗ ਹੈ ਠੀਕ ਹੈ ਉਹ ਮੈਗਨੈਟਿਕ ਫੀਲਡ ਨੂੰ ਆਪਣੇ ਸਰਾਊਂਡਿੰਗ ਸਟੇਟ ਦੇ ਵਿੱਚ ਪ੍ਰੋਡਿਊਸ ਕਰ ਰਹੇ ਨੇ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪਣੇ ਕੋਲ 2 ਹੋਰ ਸਾਇੰਟਿਸਟ ਆਏ, ਜੇਮਸ ਮੈਕਸਵੈਲ ਆਏ। ਉਹਨਾਂ ਨੇ ਦੱਸਿਆ ਕਿ ਜੋ ਲਾਈਟ ਹੈ ਉਹ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਹੀ ਹੈ। ਇਲੈਕਟ੍ਰੋਮੈਗਨੈਟਿਕ ਮੀਨਸ ਇਲੈਕਟ੍ਰਿਕ ਕਰੈਕਟਰ ਵੀ ਹੈ ਐਂਡ ਮੈਗਨੈਟਿਕ ਕਰੈਕਟਰ ਵੀ ਹੈ। ਦੈਨ ਜੋ ਰੇਡੀਓ ਵੇਵ ਸੀ ਉਹਨਾਂ ਨੂੰ ਕਿਹਨੇ ਡਿਸਕਵਰ ਕੀਤਾ ਸੀ, ਹਰਟਜ਼ਨ, ਜੇ.ਸੀ. ਬੋਸ ਤੇ ਉਹਨਾਂ ਨੇ ਜੇ.ਸੀ. ਬੋਸ ਐਂਡ ਜੀ ਮਾਰਕੋ ਨੇ ਉਹਨੂੰ ਪ੍ਰੋਡਿਊਸ ਕੀਤਾ ਸੀ। ਤਾਂ ਇਸੇ ਤਰ੍ਹਾਂ ਆਪਣੇ ਕੋਲ ਇਲੈਕਟ੍ਰੋਮੈਗਨੈਟਿਜ਼ਮ ਦੀਆਂ ਕਈ ਐਗਜ਼ਾਮਪਲਸ ਆਈਆਂ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਹਾਂਜੀ ਆਪਣੇ ਕੋਲ 2 ਤਰ੍ਹਾਂ ਦਾ ਕੇਸ ਹੋ ਸਕਦਾ ਹੈ। ਇੱਕ ਤਾਂ ਇਹ ਦੇਖੋ, ਜਿਵੇਂ ਫਸਟ ਆਪਣੇ ਕੋਲ ਇਹ ਡਾਇਗਰਾਮ ਬਣੀ ਹੋਈ ਹੈ ਜਿਸ ਦੇ ਵਿੱਚ ਡੋਟ ਸ਼ੋ ਹੋ ਰਹੀ ਹੈ। ਇਹ ਡੋਟ ਕੀ ਸ਼ੋ ਕਰ ਰਹੀ ਹੈ, ਮੀਨਸ ਡੋਟ ਇਹ ਦੱਸ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਇੱਕ ਸਟ੍ਰੇਟ ਨੀਡਲ ਹੈ, ਮਤਲਬ ਆਪਾਂ ਕਹਿ ਸਕਦੇ ਕੰਡਕਟਰ ਹੈ ਜਿਸ ਤੋਂ ਕਰੰਟ ਪਾਸ ਕਰ ਰਿਹਾ। ਇਸ ਉਹ ਪੁਆਇੰਟ 'ਤੇ ਹੀ ਕੰਡਕਟਰ ਲੱਗਿਆ ਹੋਇਆ, ਠੀਕ ਹੈ, ਉਸ 'ਚੋਂ ਕਰੰਟ ਪਾਸ ਕਰ ਰਿਹਾ। ਬਟ ਜੋ ਪੁਆਇੰਟ ਹੈ ਉਹ ਸ਼ੋ ਕਰ ਰਿਹਾ ਕਿ ਕਰੰਟ ਬਾਹਰ ਵਾਲੀ ਸਾਈਡ 'ਤੇ ਆ ਰਿਹਾ, ਇਮਰਜਿੰਗ ਆਊਟ ਆਫ ਦਾ ਪਲੇਨ। ਮੀਨਸ ਆਪਣੇ ਆਪਾਂ ਗੱਲ ਕਰੀਏ, ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਡੇ ਡਾਇਰੈਕਸ਼ਨ ਵੱਲ ਨੂੰ ਆ ਰਿਹਾ ਉਹ ਕਰੰਟ, ਤਾਂ ਡਾਇਰੈਕਸ਼ਨ ਕੀ ਹੋਏਗੀ ਮੈਗਨੈਟਿਕ ਫੀਲਡ ਦੀ, ਜੋ ਆਪਣੇ ਦੇਖੋ ਨੀਡਲਸ ਬਣਾਈਆਂ ਹੋਈਆਂ ਉਸ ਡਾਇਰੈਕਸ਼ਨ ਦੇ ਵਿੱਚ ਮੈਗਨੈਟਿਕ ਫੀਲਡ ਫਲੋ ਕਰੇਗਾ। ਉਸ ਤੋਂ ਹੀ ਓਪੋਜ਼ਿਟ ਅਗਰ ਆਪਾਂ ਸੈਕਿੰਡ ਡਾਇਗਰਾਮ ਦੇਖੀਏ ਉਸ ਦੇ ਵਿੱਚ ਕ੍ਰੋਸ ਬਣਿਆ ਹੋਇਆ ਹੈ। ਕ੍ਰੋਸ ਕੀ ਸ਼ੋ ਕਰ ਰਿਹਾ ਹੈ ਕਿ ਜੋ ਕਰੰਟ ਹੈ ਉਹ ਜੋ ਆਪਣਾ ਆਪਾਂ ਅਗਰ ਫੋਨ 'ਤੇ ਵੀਡੀਓ ਦੇਖ ਰਹੇ ਹਾਂ ਤਾਂ ਉਸਦੇ ਅੰਦਰ ਵਾਲੀ ਸਾਈਡ 'ਤੇ, ਮਤਲਬ ਨੀਚੇ ਵਾਲੀ ਸਾਈਡ 'ਤੇ ਕਰੰਟ ਜਾ ਰਿਹਾ ਅਤੇ ਜੋ ਮੈਗਨੈਟਿਕ ਫੀਲਡ ਆ ਉਹ ਉਸ ਤੋਂ ਓਪੋਜ਼ਿਟ ਜਾ ਰਿਹਾ। ਇਹੀ ਮੇਨ ਮੈਗਨੇਟਿਜ਼ਮ ਐਂਡ ਇਲੈਕਟ੍ਰੀਸਿਟੀ ਜੋ ਆਪਣੇ ਕੋਲ ਹੈਗੀ ਹੈ ਇੰਟਰੋਡਕਸ਼ਨ। ਨੈਕਸਟ ਆਪਣੇ ਕੋਲ ਆਉਂਦਾ 4.2 ਟੋਪਿਕ ਮੈਗਨੈਟਿਕ ਫੋਰਸ। ਕੀ ਹੁੰਦਾ ਮੈਗਨੈਟਿਕ ਫੋਰਸ, ਕੀ ਉਹਦੇ ਸੋਰਸਿਸ ਨੇ ਐਂਡ ਉਹਦਾ ਫੀਲਡ ਕੀ ਹੈ। ਹੁਣ ਮੈਗਨੈਟਿਕ ਫੀਲਡ ਫੋਰਸ ਹੈ, ਆਪਾਂ ਨੂੰ ਪਤਾ ਜੋ ਮੈਗਨੈਟਿਕ ਫੀਲਡ ਹੁੰਦਾ ਉਸ ਨੂੰ ਕਿਹਨਾਂ ਰਿਪਰਜੈਂਟ ਕਰਦੇ ਹਾਂ, ਬੀ ਨਾਲ ਰਿਪਰਜੈਂਟ ਕਰਦੇ ਹਾਂ, ਐਂਡ ਇਲੈਕਟ੍ਰਿਕ ਫੀਲਡ ਨੂੰ ਈ ਦੇ ਨਾਲ।
ਹੁਣ ਆਪਾਂ ਨੂੰ ਪਤਾ ਹੈ ਕਿ ਰੀਜ਼ਨ ਕੀ ਹੋਏਗਾ ਮੈਗਨੈਟਿਕ ਫੀਲਡ ਦਾ, ਚਾਰਜਿਸ ਹੀ ਹੋਣਗੇ ਹੈ ਨਾ। ਕਿਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਚਾਰਜਿਸ ਨੂੰ ਅਸੀਂ, ਕਿਊ ਦੇ ਨਾਲ। ਠੀਕ ਹੈ, ਜੋ ਚਾਰਜਿਸ ਕਿਉਂ ਨੇ ਉਹ ਕੀ ਲੈ ਕੇ ਆ ਰਹੇ ਨੇ, ਉਹ ਇਲੈਕਟ੍ਰਿਕ ਫੀਲਡ ਲੈ ਕੇ ਆ ਰਹੇ ਨੇ, ਉਹ ਕਰੰਟ ਲੈ ਕੇ ਆ ਰਹੇ ਨੇ, ਤਾਂ ਉਸ ਤੋਂ ਮੈਗਨੈਟਿਕ ਫੀਲਡ ਆ ਰਿਹਾ। ਪਹਿਲਾਂ ਅਸੀਂ ਗੱਲ ਕਰ ਰਹੇ ਇਲੈਕਟ੍ਰਿਕ ਫੀਲਡ ਆ ਰਿਹਾ, ਤਾਂ ਆਪਾਂ ਉਸ ਦਾ ਫਾਰਮੂਲਾ ਲਿਖਾਂਗੇ ਈ। ਈ ਕੀ ਹੋਏਗਾ, ਕਿਊ ਓਵਰ 4πE0 r²। ਠੀਕ ਹੈ, ਇੱਥੇ ਆਪਣੇ ਕੋਲ ਆਰ ਕੈਪ ਵੀ ਆਏਗਾ ਜੋ ਕਿਊ ਦੇ ਨਾਲ ਇਹਨਾਂ ਨੇ ਲਿਖਿਆ ਨਹੀਂ ਹੋਇਆ। ਕਿਊ ਆਰ ਕੈਪ ਓਵਰ 4πE0 r² ਆਏਗਾ। ਆਰ ਕੈਪ ਕੀ ਹੈ, ਯੂਨਿਟ ਵੈਕਟਰ। ਈ ਕੀ ਹੋਏਗਾ, ਆਪਣਾ ਵੈਕਟਰ ਫੀਲਡ ਹੋਏਗਾ। ਦੈਨ ਆਪਾਂ ਨੂੰ ਪਤਾ ਹੈ ਕਿ ਫੋਰਸ ਕੀ ਹੁੰਦੀ ਹੈ, ਇਹਨਾਂ ਆਪਾਂ ਨੇ ਪਹਿਲਾਂ ਫਾਰਮੂਲਾ ਕੀਤਾ ਹੋਇਆ ਫੋਰਸ F = ਚਾਰਜ ਇੰਟੂ ਇਲੈਕਟ੍ਰਿਕ ਫੀਲਡ QE। ਠੀਕ ਹੈ, ਤਾਂ ਆਪਾਂ ਨੇ ਈ ਦੀ ਵੈਲਿਊ ਇੱਥੇ ਪੁੱਟ ਕਰਤੀ, ਆਪਣੇ ਕੋਲ QE ਆ ਗਿਆ। ਹੁਣ ਆਪਾਂ ਨੂੰ ਪਤਾ ਕਿ ਜੋ ਇਲੈਕਟ੍ਰਿਕ ਫੀਲਡ ਈ ਹੈ ਉਹ ਕੋਈ ਫਿਜ਼ੀਕਲ ਰੋਲ ਨਹੀਂ ਨਿਭਾਉਂਦਾ, ਉਹ ਆਪਾਂ ਨੂੰ ਕੋਈ ਜ਼ਿਆਦਾ ਇੰਨੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ એનર્ਜੀ ਜਾਂ ਮੋਮੈਂਟਮ ਹੈ ਉਹਨਾਂ ਨੂੰ ਜ਼ਿਆਦਾ ਤਰ੍ਹਾਂ ਐਸਟੈਬਲਿਸ਼ ਨਹੀਂ ਕਰ ਸਕਦਾ। ਉਹ ਮੀਨਸ ਇਹ ਕੋਈ ਨਾ ਕੌਨਸਟੈਂਟਲੀ, ਤਾਂ ਆਪਾਂ ਨੂੰ ਪਤਾ ਵੀ ਇੰਸਟੈਂਟੇਨੀਅਸ ਮਤਲਬ ਹੁੰਦਾ ਕਿ ਲਗਾਤਾਰ ਚੱਲਣਾ, ਬਟ ਨਹੀਂ, ਇਹਨੂੰ ਕੁਝ ਨਾ ਕੁਝ ਟਾਈਮ ਲੱਗਦਾ ਹੈ ਇਲੈਕਟ੍ਰਿਕ ਫੀਲਡ ਨੂੰ ਵੀ ਪ੍ਰੋਪੀਗੇਟ ਕਰਨ ਦੇ ਲਈ। ਉਸੇ ਤੋਂ ਬਾਅਦ ਆਪਣੇ ਕੋਲ ਫੈਰਾਡੇਜ਼ ਆਏ, ਮੈਕਸਵੈਲ ਆਏ, ਇਹਨਾਂ ਨੇ ਆਪਣੀਆਂ ਅਲੱਗ-ਅਲੱਗ ਥਿਊਰੀਜ਼ ਕੀਤੀਆਂ, ਤਾਂ ਉਹਨਾਂ ਨੂੰ ਇਹ ਕਲੀਅਰ ਹੋਇਆ ਕਿ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ ਇੱਕ ਹੀ ਚੀਜ਼ ਹੈ। ਉਹਨਾਂ ਨੇ ਇਹਨਾਂ ਦੀ ਯੂਨੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਉਹਨਾਂ ਨੂੰ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ। ਤਾਂ ਉਸ ਤੋਂ ਬਾਅਦ ਇਹ ਕਲੀਅਰ ਹੋਇਆ ਕਿ ਜੋ ਮੈਗਨੈਟਿਕ ਫੀਲਡ ਹੈ ਉਸਨੂੰ ਆਪਾਂ ਬੀ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਤਾਂ ਇਹਦੇ ਕਾਫੀ ਪ੍ਰੋਪਰਟੀਜ਼ ਵੀ ਹੋਣਗੀਆਂ, ਇਲੈਕਟ੍ਰਿਕ ਫੀਲਡ ਵਰਗੀਆਂ ਪ੍ਰੋਪਰਟੀਜ਼ ਵੀ ਹੋਣਗੀਆਂ, ਕਿਉਂਕਿ ਆਪਾਂ ਨੂੰ ਪਤਾ ਜੋ ਸਟੈਟਿਕ ਚਾਰਜ ਹੈ ਉਹ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕਰ ਰਿਹਾ। ਠੀਕ ਹੈ, ਜੋ ਕਰੰਟਸ ਨੇ ਜਾਂ ਕਹਿ ਸਕਦੇ ਹਾਂ ਮੂਵਿੰਗ ਚਾਰਜਿਸ, ਬਸ ਇੱਕ ਇਹੀ ਫਰਕ ਹੈ ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ ਦੇ ਵਿੱਚ। ਜੋ ਖੜਾ ਚਾਰਜ ਹੈ, ਸਟੈਟਿਕ ਚਾਰਜ ਹੈ, ਰੁਕਿਆ ਹੋਇਆ ਚਾਰਜ, ਉਹ ਤਾਂ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕਰ ਰਿਹਾ ਹੈ। ਜੋ ਚੱਲ ਰਿਹਾ ਚਾਰਜ ਹੈ, ਮੂਵਿੰਗ ਚਾਰਜ ਹੈ, ਜੇ ਉਹ ਕਰੰਟ ਬਣ ਜਾਂਦਾ ਹੈ, ਉਹ ਕੀ ਪ੍ਰੋਡਿਊਸ ਕਰ ਰਿਹਾ, ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਰਿਹਾ। ਅਗਰ ਆਪਾਂ ਗੱਲ ਕਰੀਏ ਕਿ ਅਸੀਂ ਮਤਲਬ ਕਾफ़ੀ ਸਾਰੇ ਚਾਰਜਿਸ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਤਾਂ ਉਹ ਫੀਲਡ ਕਾफ़ੀ ਸਾਰਾ ਫੀਲਡ ਪ੍ਰੋਡਿਊਸ ਹੋ ਜਾਏਗਾ, ਤਾਂ ਅਸੀਂ ਉਹਨੂੰ ਵੈਕਟੋਰੀਅਲੀ ਐਡ ਵੀ ਕਰ ਸਕਦੇ ਹਾਂ। ਉਸਨੂੰ ਬੋਲਦੇ ਆ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਉਹ ਸਿਰਫ ਇਹੀ ਹੁੰਦਾ, ਉਹਨੂੰ ਵੈਕਟਰ ਐਡੀਸ਼ਨ ਹੀ ਹੁੰਦੀ ਹੈ। ਪ੍ਰਿੰਸੀਪਲ ਆਫ ਸੁਪਰਪੋਜੀਸ਼ਨ, ਵੈਕਟਰ ਐਡੀਸ਼ਨ ਆਫ ਮੈਗਨੈਟਿਕ ਫੀਲਡ ਆਫ ਇੰਡੀਵਿਜੂਅਲ ਸੋਰਸਿਸ, ਮਤਲਬ ਅਲੱਗ-ਅਲੱਗ ਦੇ ਫੀਲਡ ਦਾ ਵੈਕਟਰ ਐਡੀਸ਼ਨ ਕਰਨਾ, ਸਮ ਕਰਨ ਨੂੰ ਅਸੀਂ ਬੋਲਦੇ ਹਾਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਦੈਨ ਆਪਣੇ ਕੋਲ ਆਉਂਦਾ ਹੈ ਮੈਗਨੈਟਿਕ ਫੀਲਡ, ਮੈਗਨੈਟਿਕ ਫੀਲਡ ਐਂਡ ਲੋਰੈਂਟਜ਼ ਫੀਲਡ। ਕੀ ਹੁੰਦਾ ਮੈਗਨੈਟਿਕ ਫੀਲਡ ਐਂਡ ਲੋਰੈਂਟਜ਼ ਫੋਰਸ? ਜਿਸ ਤਰ੍ਹਾਂ ਦੇਖੋ ਅਸੀਂ ਸਪੋਜ਼ ਕਰ ਰਹੇ ਹਾਂ ਕਿ ਆਪਣੇ ਕੋਲ ਇੱਕ ਪੁਆਇੰਟ ਕਿਊ ਹੈ, ਠੀਕ ਹੈ, ਉਹ ਪੁਆਇੰਟ ਚਾਰਜ ਆਪਾਂ ਲੈ ਕੇ ਚੱਲਦੇ ਹਾਂ, ਠੀਕ ਹੈ, ਅਤੇ ਉਹਦੀ ਵੈਲੋਸਿਟੀ ਕਿੰਨੀ ਹੋਏਗੀ ਉਸ ਪੁਆਇੰਟ ਚਾਰਜ ਕਿਊ ਦੀ, ਵੈਲੋਸਿਟੀ v, ਠੀਕ ਹੈ, ਡਿਸਟੈਂਸ r 'ਤੇ ਉਹ ਲੋਕੇਟ ਹੈ। ਤਾਂ ਆਪਾਂ ਗੱਲ ਕਰਨੀ ਹੈ ਹੁਣ ਉਹਦੀ ਆਪਣੇ ਦੋਨੋਂ ਫੀਲਡ ਦੇ ਵਿੱਚ, ਇਲੈਕਟ੍ਰਿਕ ਦੇ ਮੈਗਨੈਟਿਕ ਫੀਲਡ ਦੇ ਵਿੱਚ। ਤਾਂ ਦੇਖੋ ਅਸੀਂ ਫੋਰਸ ਲਿਖੀ F, ਦੈਟ ਇਜ਼ ਇਕੁਅਲ ਟੂ ਕਿਊ E ਪਲਸ V ਕ੍ਰੋਸ B। ਹੁਣ ਆਪਾਂ ਜਦੋਂ ਕਿਊ ਨੂੰ ਅੰਦਰ ਮਲਟੀਪਲਾਈ ਕੀਤੀ ਬ੍ਰੈਕਟ ਦੇ, ਕੀ ਬਣ ਗਿਆ, ਕਿਊ E, ਉਹ ਕੀ ਹੋਏਗਾ, ਇਲੈਕਟ੍ਰਿਕ ਫੋਰਸ, ਐਂਡ ਕਿਊ V ਕ੍ਰੋਸ B, ਦੈਟ ਇਜ਼ ਮੈਗਨੈਟਿਕ ਫੋਰਸ। F ਇਲੈਕਟ੍ਰਿਕ ਪਲਸ F ਮੈਗਨੈਟਿਕ ਆ ਗਿਆ ਆਪਣੇ ਕੋਲੇ। ਦੈਨ H.A. ਲੋਰੈਂਟਸ ਨੇ ਇਸ ਚੀਜ਼ ਨੂੰ ਡਿਸਕਵਰ ਕੀਤਾ ਸੀ, ਤਾਂ ਆਪਣੇ ਕੋਲੇ ਕੀ ਬਣ ਗਿਆ, ਇਹ ਲੋਰੈਂਟਸ ਫੋਰਸ ਬਣ ਗਈ। ਹੁਣ ਇਸ ਲੋਰੈਂਟਸ ਫੋਰਸ ਦੇ ਵਿੱਚ ਆਪਣੇ ਕੋਲੇ 4 ਮੇਨ ਪੁਆਇੰਟ ਸਾਹਮਣੇ ਆ ਰਹੇ ਸੀ। ਫਸਟ ਕੀ ਆਪਾਂ ਨੂੰ ਪਤਾ ਲੱਗ ਰਿਹਾ ਸੀ ਕਿ ਜੋ ਕਿਊ V ਐਂਡ B ਹੈ, ਠੀਕ ਹੈ, ਉਹਦਾ ਚਾਰਜ, ਉਹਦੀ ਵੈਲੋਸਿਟੀ ਹੈ, ਉਹਦਾ ਮੈਗਨੈਟਿਕ ਫੀਲਡ, ਇਸ 'ਤੇ ਡਿਪੈਂਡ ਕਰ ਰਹੀ ਹੈ ਆਪਣੀ ਫੋਰਸ ਹੈ ਜੋ। ਅਗਰ ਫੋਰਸ ਨੈਗੇਟਿਵ ਚਾਰਜ ਦੀ ਗੱਲ ਕਰਾਂਗੇ ਤਾਂ ਉਹ ਕੀ ਹੋਏਗੀ, ਪੋਜ਼ੀਟਿਵ ਚਾਰਜ ਤੋਂ ਆਪੋਜ਼ਿਟ ਹੋਏਗੀ। ਅਗਰ ਆਪਾਂ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਤਾਂ ਉਹ ਕੀ ਕਹਿ ਰਿਹਾ ਆਪਣੇ ਕੋਲੇ ਕਿ ਜੋ ਫੋਰਸ ਹੈ ਆਪਣੇ ਕੋਲੇ ਕਿਊ V ਕ੍ਰੋਸ B, ਇਹ ਕੀ ਦੱਸ ਰਹੀ ਹੈ, ਹੁਣ ਕ੍ਰੋਸ ਆਪਾਂ ਨੇ ਕੋਲ ਵੈਕਟਰ ਪ੍ਰੋਡਕਟ ਨੂੰ ਸ਼ੋ ਕਰ ਰਿਹਾ ਹੈ, ਜੋ ਆਪਾਂ ਨੂੰ ਇਹ ਦੱਸੇਗਾ ਕਿ ਅਗਰ ਇਹਨਾਂ ਦੀ ਡਾਇਰੈਕਸ਼ਨ ਸੇਮ ਹੋਏਗੀ, ਪੈਰਲਰ ਹੋਣਗੇ ਵੈਲੋਸਿਟੀ ਅਤੇ ਮੈਗਨੈਟਿਕ ਫੀਲਡ ਆਪਸ ਦੇ ਵਿੱਚ, ਤਾਂ ਇਹ ਕੀ ਹੋ ਜਾਏਗਾ, 0 ਹੋ ਜਾਏਗਾ, ਕਿਉਂਕਿ ਸਾਈਨ ਥੀਟਾ ਆ ਜਾਏਗਾ, ਐਂਗਲ 0 ਹੋ ਜਾਏਗਾ, ਸਾਈਨ 0 0 ਹੋ ਜਾਏਗਾ, ਤਾਂ ਮੈਗਨੈਟਿਕ ਫੀਲਡ ਆਪਣੇ ਕੋਲ ਖਤਮ ਹੋ ਜਾਏਗਾ, 0 ਆ ਜਾਏਗਾ। ਥਰਡ ਆਪਣੇ ਕੋਲ ਆ ਗਿਆ ਕਿ ਜੋ ਮੈਗਨੈਟਿਕ ਫੋਰਸ ਹੈ, ਅਗਰ ਚਾਰਜ ਮੂਵ ਨਹੀਂ ਕਰ ਰਿਹਾ ਤਾਂ ਮੈਗਨੈਟਿਕ ਫੋਰਸ ਵੀ ਕੀ ਹੋਏਗੀ, 0, ਕਿਉਂਕਿ ਉਹਦੀ ਵੈਲੋਸਿਟੀ ਕੀ ਹੋਏਗੀ, ਚਾਰਜ ਮੂਵ ਨਹੀਂ ਕਰ ਰਿਹਾ, ਵੈਲੋਸਿਟੀ ਹੋ ਜਾਏਗੀ 0। ਅਗਰ ਵੈਲੋਸਿਟੀ 0 ਹੋ ਜਾਏਗੀ ਤਾਂ ਮੈਗਨੈਟਿਕ ਫੋਰਸ 0 ਹੋ ਜਾਏਗੀ। ਹੁਣ ਤੁਸੀਂ ਦੇਖੋ ਇਹ ਡਾਇਗਰਾਮ ਦੇਖ ਹੀ ਰਹੇ ਹੋਵੋਗੇ ਕਿ ਡਾਇਗਰਾਮ ਆਪਾਂ ਨੂੰ ਕੀ ਸ਼ੋ ਕਰ ਰਹੀ ਹੈ,
ਰਾਈਟ ਹੈਂਡ ਥੰਬ ਰੂਲ ਸ਼ੋ ਕਰ ਰਹੀ ਹੈ। ਦੇਖੋ ਰਾਈਟ ਹੈਂਡ ਦੇਖੋ ਆਪਣਾ, ਅਗਰ ਆਪਾਂ ਨੂੰ ਇਸੇ ਤਰ੍ਹਾਂ ਨਾਲ ਆਪਾਂ ਵੀ ਆਪਣੇ ਰਾਈਟ ਹੈਂਡ ਨੂੰ ਰੱਖੀਏ, ਠੀਕ ਹੈ, ਤਾਂ ਉੱਪਰ ਕੀ ਅੰਗੂਠਾ ਕੀ ਸ਼ੋ ਕਰ ਰਿਹਾ, ਆਪਣਾ ਥੰਬ ਕੀ ਸ਼ੋ ਕਰ ਰਿਹਾ, ਆਪਣੀ ਫੋਰਸ ਦੱਸ ਰਿਹਾ, ਜਾਂ ਕਹਿ ਲਓ ਕਿ ਆਪਣਾ ਜੋ ਕੰਡਕਟਰ ਹੈ ਉਹ ਆਪਣੀ ਕਰੰਟ ਦੀ ਡਾਇਰੈਕਸ਼ਨ ਦੱਸ ਰਿਹਾ। ਤਾਂ ਜੋ ਆਪਣੀ ਫਿੰਗਰਸ ਹੋਣਗੀਆਂ ਕਰਲ ਕੀਤੀਆਂ ਹੋਈਆਂ, ਉਹ ਕੀ ਦੱਸਣਗੀਆਂ, ਆਪਣਾ ਮੈਗਨੈਟਿਕ ਫੀਲਡ, ਕਿ ਹਾਂਜੀ ਮੈਗਨੈਟਿਕ ਫੀਲਡ ਕਿਸ ਡਾਇਰੈਕਸ਼ਨ ਦੇ ਵਿੱਚ ਫਲੋ ਕਰੇਗਾ। ਅਗਰ ਉਹ ਉੱਪਰ ਨੂੰ ਜਾ ਰਿਹਾ ਆਪਣਾ ਜੋ ਕਰੰਟ ਹੈ, ਤਾਂ ਮੈਗਨੈਟਿਕ ਫੀਲਡ ਜੋ ਆਪਣੀ ਫਿੰਗਰਸ ਕਰਲ ਕੀਤੀਆਂ ਹੋਣਗੀਆਂ ਆਪਾਂ, ਉਹ ਸ਼ੋ ਕਰੇਗਾ ਆਪਣਾ ਡਾਇਰੈਕਸ਼ਨ। ਅਗਰ ਆਪਾਂ ਉਲਟਾ ਕਰ ਦਈਏ ਤਾਂ ਡਾਇਰੈਕਸ਼ਨ ਕੀ ਹੋ ਜਾਏਗੀ, ਓਪੋजिट ਹੋ ਜਾਏਗੀ मैग्नेटिक फोर्स से। ਤਾਂ ਉਸੇ ਤਰ੍ਹਾਂ ਜੋ ਐਫ ਆਏਗੀ ਆਪਣੀ ਕਿਊ ਵੀ ਕ੍ਰੋਸ ਬੀ, ਆਪਾਂ ਨੇ ਕ੍ਰੋਸ ਪ੍ਰੋਡਕਟ ਨੂੰ ਸੋਲਵ ਕੀਤਾ, ਸਾਈਨ ਥੀਟਾ ਆ ਗਿਆ, ਅਗਰ ਪੈਰਲਲ ਹੋਣਗੇ ਥੀਟਾ ਹੋ ਜਾਏਗਾ 0, ਆਪਣੇ ਕੋਲ ਆ ਜਾਏਗਾ 0। ਦੈਨ ਇਹਦੇ ਯੂਨਿਟਸ ਵਗੈਰਾ ਆ ਜਾਂਦੀਆਂ ਨੇ। ਆਪਾਂ ਨੂੰ ਪਤਾ ਹੀ ਹੈ ਕਿ ਮੈਗਨੈਟਿਕ ਫੀਲਡ ਫੋਰਸ ਦੀ ਨਿਊਟਨ ਹੁੰਦੀ ਹੈ, ਠੀਕ ਹੈ, ਕਿਊ ਦੀ ਚਾਰਜ ਦੀ ਕੂਲਮ ਐਂਡ ਵੈਲੋਸਿਟੀ ਦੀ ਮੀਟਰ ਪਰ ਸੈਕਿੰਡ। ਤਾਂ ਆਪਣੇ ਕੋਲੇ ਮੈਗਨੈਟਿਕ ਫੀਲਡ ਦੀ ਯੂਨਿਟਸ ਕੀ ਆ ਰਹੀਆਂ ਨੇ, ਨਿਊਟਨ ਸੈਕਿੰਡ ਪਰ ਕੂਲਮ ਮੀਟਰ। ਦੈਨ ਆਪਣੇ ਕੋਲੇ ਆਉਂਦਾ ਹੈ ਕਰੰਟ ਕੈਰਿੰਗ ਕੰਡਕਟਰ ਦੇ ਉੱਪਰ ਕਿੰਨੀ ਫੋਰਸ ਲੱਗ ਰਹੀ ਹੈ। ਮੀਨਸ 4.2.3 ਟੋਪਿਕ ਮੈਗਨੈਟਿਕ ਫੋਰਸ ਔਨ ਅ ਕਰੰਟ ਕੈਰਿੰਗ ਕੰਡਕਟਰ। ਤਾਂ ਹੁਣ ਆਪਾਂ ਨੂੰ ਪਤਾ ਕਿ ਆਪਾਂ ਇਹਨੇ ਇੱਕ ਕੰਡਕਟਰ ਅਜ਼ਿਊਮ ਕਰ ਲਿਆ, ਕਰੋੜ ਲੈ ਲਈ, ਜਿਸ ਦਾ ਏਰੀਆ A ਹੈ ਐਂਡ ਲੈਂਥ L ਹੈ। ਉਸ ਦੇ ਵਿੱਚ ਆਪਣੇ ਕੋਲੇ N ਇਲੈਕਟ੍ਰੋਨਸ ਨੇ, ਚਾਰਜ ਕੈਰੀਅਰਸ ਨੇ ਜੋ ਮੂਵ ਕਰ ਰਹੇ ਨੇ। ਤਾਂ ਟੋਟਲ ਨੰਬਰ ਆਫ ਮੋਬਾਈਲ ਚਾਰਜ ਕੈਰੀਅਰਸ ਕਿੰਨੇ ਹੋਣਗੇ, N ਇੰਟੂ L ਇੰਟੂ A, ਕਿਉਂਕਿ N ਸਿਰਫ ਨੰਬਰ ਡੈਂਸਿਟੀ ਸੀ ਉਹਨਾਂ ਦੀ, ਠੀਕ ਹੈ। ਨੰਬਰਿੰਗ ਕਿੰਨੀ ਹੋਏਗੀ, N ਇੰਟੂ ਲੈਂਥ ਇੰਟੂ ਏਰੀਆ। ਐਂਡ ਉਸ ਕੰਡਕਟਰ ਦੇ ਵਿੱਚੋਂ ਕਰੰਟ ਕਿੰਨਾ ਫਲੋ ਕਰ ਰਿਹਾ, I ਕਰੰਟ ਫਲੋ ਕਰ ਰਿਹਾ। ਕਿੰਨੀ ਵੈਲੋਸਿਟੀ ਦੇ ਨਾਲ ਕਰੰਟ ਫਲੋ ਕਰ ਰਿਹਾ, VD, ਡ੍ਰਿਫਟ ਵੈਲੋਸਿਟੀ ਦੇ ਨਾਲ, ਠੀਕ ਹੈ। ਤਾਂ ਹੁਣ ਆਪਣੇ ਕੋਲੇ ਫੋਰਸ ਕੀ ਆਏਗੀ ਫਿਰ, F ਇਜ਼ ਇਕੁਅਲ ਟੂ, ਆਪਣੇ ਕੋਲੇ ਕਿਊ ਵੀ ਕ੍ਰੋਸ ਬੀ ਤਾਂ ਹੈ ਹੀ ਸੀ, V ਆਪਣੀ VD ਹੋ ਗਈ, ਠੀਕ ਹੈ। ਤਾਂ ਜੋ ਆਪਣੀ ਨੰਬਰਿੰਗ ਸੀ NLU, ਤਾਂ ਆਪਾਂ ਨਾਲ ਮਲਟੀਪਲਾਈ ਕਰਾਂਗੇ ਕਿਉਂਕਿ ਹਾਂਜੀ ਕਿੰਨੇ ਚਾਰਜਿਸ ਹੈਗੇ ਆ। ਤਾਂ ਆਪਣੇ ਕੋਲੇ ਫੋਰਸ ਕਿੰਨੀ ਆਉਂਦੀ ਹੈ, NLA ਕਿਊ VD ਕ੍ਰੋਸ B। ਜੋ N ਕਿਊ VD ਹੈ ਉਹ ਕਰੰਟ ਡੈਂਸਿਟੀ ਨੂੰ ਸ਼ੋ ਕਰ ਰਿਹਾ ਹੈ। ਤਾਂ ਕਰੰਟ ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ, J। ਦੈਨ ਆਪਾਂ ਨੇ ਇੱਥੇ J ਪੁੱਟ ਕਰਤਾ, N ਕਿਊ VD ਇਜ਼ ਇਕੁਅਲ ਟੂ J, ਠੀਕ ਹੈ, AL ਕ੍ਰੋਸ B। ਹੁਣ JA ਕੀ ਹੁੰਦਾ, ਆਪਣਾ ਕਰੰਟ ਨੂੰ ਰਿਪਰੈਜ਼ੈਂਟ ਕਰਦਾ, ਕਿਉਂਕਿ ਕਰੰਟ ਪਰ ਯੂਨਿਟ ਏਰੀਆ ਇਜ਼ ਇਕੁਅਲ ਟੂ ਕਰੰਟ ਡੈਂਸਿਟੀ ਹੁੰਦਾ, ਜੋ ਆਪਾਂ ਨੇ ਲਾਸਟ ਚੈਪਟਰ ਦੇ ਵਿੱਚ ਸਟੱਡੀ ਕੀਤਾ ਸੀ। ਤਾਂ ਆਪਣੇ ਕੋਲੇ F ਆ ਗਈ। ਅਗਰ ਆਪਾਂ ਇਹੀ ਇੱਕ ਛੋਟੇ ਜਿਹੇ ਕੰਡਕਟਰ ਲਈ ਆਪਾਂ ਉਸ ਕੰਡਕਟਰ ਦਾ ਇੱਕ ਸਮੋਲ ਏਰੀਆ ਲੈਣਾ ਹੋਵੇ DL, ਬਹੁਤ ਥੋੜ੍ਹੀ ਲੈਂਥ ਲੈਣੀ ਹੋਵੇ, ਤਾਂ ਸਾਰਾ ਕਿਸ 'ਚ ਹੋ ਜਾਏਗਾ, ਸਮੀਸ਼ਨ 'ਚ ਹੋ ਜਾਏਗਾ, ਸਮੀਸ਼ਨ ਓਵਰ IDL ਕ੍ਰੋਸ B, ਕਿਉਂਕਿ ਲੈਂਥ ਆਪਾਂ ਬਹੁਤ ਹੀ ਛੋਟੀ ਲੈ ਰਹੇ ਹਾਂ, ਇਨਫਿਨੀਟੇਸੀਮਲ ਲੈਂਥ ਲੈ ਰਹੇ ਹਾਂ ਆਪਾਂ ਇਸ ਕੇਸ ਦੇ ਵਿੱਚ। ਕਲੀਅਰ ਹੋਇਆ ਨਾ। ਹਾਂਜੀ, ਨੈਕਸਟ ਆਪਣੇ ਕੋਲ ਆਉਂਦਾ ਹੈ 4.3 ਟੋਪਿਕ ਮੋਸ਼ਨ ਇਨ ਅ ਮੈਗਨੈਟਿਕ ਫੀਲਡ, ਕਿ ਮੈਗਨੈਟਿਕ ਫੀਲਡ ਦੇ ਵਿੱਚ ਮੋਸ਼ਨ ਕਿੰਨਾ ਹੋਏਗਾ। ਜਿਸ ਤਰ੍ਹਾਂ ਦੇਖੋ ਆਪਾਂ ਨੇ ਦੇਖਿਆ ਹੀ ਲਾਸਟ ਟੋਪਿਕਸ ਦੇ ਵਿੱਚ ਕਿ ਹਾਂਜੀ ਕਿ ਜੋ ਮੈਗਨੈਟਿਕ ਫੀਲਡ ਆ ਉਹ ਕਿੱਥੋਂ ਪ੍ਰੋਡਿਊਸ ਹੋ ਰਿਹਾ, ਮੂਵਿੰਗ ਚਾਰਜਿਸ ਤੋਂ, ਕਰੰਟ ਤੋਂ ਆਪਣੇ ਕੋਲ ਮੈਗਨੈਟਿਕ ਫੀਲਡ ਆ ਰਿਹਾ। ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜੋ ਚਾਰਜਿਸ ਦੀ ਮੋਸ਼ਨ ਹੈ ਮੈਗਨੈਟਿਕ ਫੀਲਡ ਲੈ ਕੇ ਆ ਰਹੀ ਹੈ, ਠੀਕ ਹੈ। ਤਾਂ ਜੋ ਮੈਗਨੈਟਿਕ ਫੋਰਸ ਆਪਣੀ ਹੋਏਗੀ ਉਹ ਅਤੇ ਜੋ ਵੈਲੋਸਿਟੀ ਵੈਕਟਰ ਦੋਨੋਂ ਕੀ ਹੋਣਗੇ, ਆਪਸ 'ਚ ਪਰਪੈਂਡੀਕੂਲਰ ਹੋਣਗੇ। ਕਿਉਂਕਿ ਅਗਰ ਸਰਕੂਲਰ ਮੋਸ਼ਨ ਦੀ ਗੱਲ ਕਰੀਏ, ਇੱਕ ਪੁਆਇੰਟ ਜੋ ਹੈ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰ ਰਿਹਾ, ਤਾਂ ਜੋ ਉਹਦੀ ਫੋਰਸ ਹੈ ਕਿੱਧਰ ਨੂੰ ਲੱਗੇਗੀ, ਸੈਂਟਰ ਵੱਲ ਨੂੰ, ਬਿਕੋਜ਼ ਆਫ ਸੈਂਟਰੀਪੀਟਲ ਫੋਰਸ, ਸੈਂਟਰ ਵੱਲ ਨੂੰ ਫੋਰਸ ਲੱਗੇਗੀ। ਐਂਡ ਜੋ ਵੈਲੋਸਿਟੀ ਹੈ ਉਹ ਹਮੇਸ਼ਾ ਕੀ ਹੁੰਦੀ ਹੈ, ਟੇਂਜੈਂਟ ਹੁੰਦੀ ਹੈ ਉਸ ਸਰਕਲ ਦੇ, ਠੀਕ ਹੈ। ਤਾਂ ਵੈਲੋਸਿਟੀ ਹੋ ਗਈ ਟੇਂਜੈਂਟ, ਦੋਨੋਂ ਕੀ ਹੋ ਗਏ ਆਪਸ 'ਚ ਪਰਪੈਂਡੀਕੂਲਰ। ਤਾਂ ਇਸ ਕੇਸ ਦੇ ਵਿੱਚ ਕੋਈ ਵੀ ਵਰਕ ਡਨ ਨਹੀਂ ਹੋ ਰਿਹਾ, ਕਿਉਂਕਿ ਕੀ ਹੋ ਰਿਹਾ, ਬੈਲੈਂਸ ਆਊਟ ਹੋ ਰਿਹਾ ਇੱਕ ਦੂਜੇ ਨਾਲ, ਕਿਉਂਕਿ ਵੈਲੋਸਿਟੀ ਦੇ ਮੈਗਨੀਟਿਊਡ ਦੇ ਵਿੱਚ ਕੋਈ ਚੇਂਜ ਹੀ ਨਹੀਂ ਆ ਰਿਹਾ। ਤਾਂ ਆਪਣੇ ਕੋਲ ਇਲੈਕਟ੍ਰਿਕ ਫੀਲਡ ਜੋ ਸੀ QE ਉਹ ਪੈਰਲਲ ਹੀ ਹੋਏਗਾ। ਹੁਣ ਆਪਣੇ ਕੋਲ ਇਸ ਕੇਸ ਦੇ ਵਿੱਚ ਜੋ V ਹੈ ਐਂਡ B ਹੈ ਦੋਵੇਂ ਕੀ ਆ ਰਹੇ ਹੈ, ਪਰਪੈਂਡੀਕੂਲਰ ਆ ਰਹੇ ਹੈ ਇੱਕ ਦੂਸਰੇ ਦੇ, ਬਿਕੋਜ਼ ਆਫ ਸਰਕਲ। ਸਰਕਲ ਆਪਾਂ ਨੂੰ ਇਹ ਚੀਜ਼ ਸ਼ੋ ਕਰ ਰਿਹਾ, ਇਹ ਸਾਰਾ ਕੁਛ ਹੋ ਰਿਹਾ ਸੈਂਟਰੀਪੀਟਲ ਫੋਰਸ ਕਰਕੇ, ਕਿਉਂਕਿ ਸਰਕੂਲਰ ਮੋਸ਼ਨ ਜਿਹੜੀ ਹੁੰਦੀ ਹੈ, ਠੀਕ ਹੈ, ਉਸ ਦੇ ਵਿੱਚ ਉਹ ਪਰਪੈਂਡੀਕੂਲਰ ਹੀ ਹੋਏਗੀ ਆਪਣੇ ਮੈਗਨੈਟਿਕ ਫੀਲਡ ਦੇ।
ਇਸੇ ਕਰਕੇ ਹੀ ਜੋ ਆਪਣੀ ਵੈਲੋਸਿਟੀ ਤੇ ਮੈਗਨੈਟਿਕ ਫੀਲਡ ਆ ਉਹ ਵੀ ਆਪਸ ਦੇ ਵਿੱਚ ਪਰਪੈਂਡੀਕੂਲਰ ਹੋ ਗਏ। ਹੁਣ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਜੋ ਵੈਲੋਸਿਟੀ ਹੈ ਉਸਦੇ b ਦੇ ਲੌਂਗ ਕੰਪੋਨੈਂਟਸ ਹੋਣਗੇ ਤੇ ਇਸ ਸਰਕਲ ਦਾ ਰੇਡੀਅਸ ਕਿੰਨਾ ਆਪਣੇ ਕੋਲ r ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਜੋ ਇਹ ਆਪਣਾ ਚਾਰਜ ਸੀ ਉਹ ਕਿਸ ਤਰ੍ਹਾਂ ਮੂਵ ਕਰ ਰਿਹਾ ਹੈ, ਉਹ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਕੇ ਇੱਕ ਹੈਲੀਕਲ ਮੋਸ਼ਨ ਬਣਾ ਰਿਹਾ ਹੈ ਐਂਡ ਇੱਕ ਆਪਣੇ ਪਰਪੈਂਡੀਕੂਲਰਲੀ ਮੈਗਨੈਟਿਕ ਫੀਲਡ ਵੀ ਪ੍ਰੋਡਿਊਸ ਕਰ ਰਿਹਾ। ਹੁਣ ਕਿੰਨਾ ਰੇਡੀਅਸ ਬਣਾ ਰਿਹਾ, ਰੇਡੀਅਸ r ਫॉर्म ਕਰ ਰਹੇ ਨੇ। ਠੀਕ ਹੈ, ਅਗਰ ਜੇ ਰੇਡੀਅਸ r ਫॉर्म ਕਰ ਰਹੇ ਨੇ ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਕੀ ਹੋਏਗਾ, mv²/r, ਬਿਕੋਜ਼ ਉਹ ਸਰਕੂਲਰ ਮੋਸ਼ਨ ਦੇ ਵਿੱਚ ਜਿਹੜੀ ਫੋਰਸ ਲੱਗਦੀ ਹੈ ਉੱਥੇ ਹੀ ਆਪਣੇ ਕੋਲ ਸੈਂਟਰੀਪੀਟਲ ਫੋਰਸ ਹੋਏਗੀ, ਉਸਨੂੰ ਅਸੀਂ ਬੋਲਦੇ ਹਾਂ mv²/r। ਦੂਸਰੀ ਫੋਰਸ ਆਪਣੇ ਕੋਲ ਕੀ ਹੈ, QVB, ਆਪਾਂ ਨੇ ਉੱਪਰ ਪੜ੍ਹੀ ਸੀ। ਆਪਾਂ ਦੋਨਾਂ ਨੂੰ ਕੀ ਕਰਤਾ, ਇਕੁਏਟ ਕਰਤਾ, ਇਕੁਅਲ ਕਰਤਾ। ਆਪਣੇ ਕੋਲ ਇੱਥੇ ਰੇਡੀਅਸ ਫਾਈਂਡ ਆਊਟ ਹੋ ਗਿਆ r, ਕਿਹਦਾ, ਸਰਕਲ ਦਾ। r ਕੀ ਆ ਗਿਆ ਆਪਣੇ ਕੋਲ, mv/QB। ਹੁਣ ਜੋ ਓਮੇਗਾ ਹੈ ਉਹ ਕੀ ਹੈ, ਐਂਗੂਲਰ ਵੈਲੋਸਿਟੀ ਹੈ, ਐਂਗੂਲਰ ਫ੍ਰੀਕੁਐਂਸੀ ਹੈ ਸੋਰੀ। ਠੀਕ ਹੈ, ਤਾਂ v ਕਿਹਦੇ ਕੋਲ ਆ ਗਈ, ω/r। ਇਹ ਰਿਲੇਸ਼ਨ ਹੈ ਸਿੰਪਲ ਫ੍ਰੀਕੁਐਂਸੀ ਦਾ, ਇਹਨੂੰ ਅਸੀਂ ਨਿਊ ਬੋਲਦੇ ਹਾਂ, ਅਤੇ ਓਮੇਗਾ ਜਿਹਨੂੰ ਅਸੀਂ ਐਂਗੂਲਰ ਫ੍ਰੀਕੁਐਂਸੀ ਬੋਲਦੇ ਹਾਂ। ਦੋਨਾਂ ਦਾ ਕੀ ਹੈ, ਰਿਲੇਸ਼ਨ ਹੈ। ω = Q, ਦੈਨ ਆਪਾਂ ਨੇ ਵੈਲਿਊਜ਼ ਪੁੱਟ ਕੀਤੀਆਂ। ਓਮੇਗਾ ਆਪਣੇ ਕੋਲ ਕੀ ਆਉਂਦੀ ਹੈ, QB/m। ਇਹ ਆਪਣੇ ਕੋਲ ਰਿਲੇਸ਼ਨ ਫਾਈਂਡ ਆਊਟ ਹੋ ਗਿਆ, ਜਿਸ ਦੇ ਵਿੱਚ ਵੈਲੋਸਿਟੀ ਐਨਰਜੀ ਨਾਲ ਕੋਈ ਡਿਪੈਂਡ ਨਹੀਂ ਕਰਦਾ। ਦੈਨ ਆਪਣੇ ਕੋਲ ਆਉਂਦੀ ਹੈ ਗੱਲ ਪਿੱਚ ਦੀ। ਪਿੱਚ P ਕੀ ਹੁੰਦੀ ਹੈ, ਪਿੱਚ ਇੱਕ ਡਿਸਟੈਂਸ ਹੁੰਦਾ ਹੈ ਜੋ ਇੱਕ ਪੁਆਇੰਟ ਮੂਵ ਕਰ ਰਿਹਾ ਹੈ ਇੱਕ ਪੁਆਇੰਟ ਤੋਂ, ਜਦੋਂ ਉਹ ਇੱਕ ਫੁੱਲ ਰੋਟੇਸ਼ਨ ਕੰਪਲੀਟ ਕਰਦਾ ਹੈ, ਆਪਣੇ ਮੈਗਨੈਟਿਕ ਫੀਲਡ ਦੇ ਅਰਾਊਂਡ ਮੂਵ ਕਰ ਰਿਹਾ। ਠੀਕ ਹੈ, ਤਾਂ ਜਦੋਂ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਮੂਵ ਕਰਦਾ ਤਾਂ ਜਦੋਂ ਇੱਕ ਰੋਟੇਸ਼ਨ ਕੰਪਲੀਟ ਹੁੰਦੀ ਹੈ ਉਸ ਦੇ ਵਿਚਾਲੇ ਜੋ ਡਿਸਟੈਂਸ ਹੋਏਗਾ ਉਸਨੂੰ ਬੋਲਦੇ ਆ ਪਿੱਚ P, ਜਿਸ ਨੂੰ P ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਦੇਖੋ ਇੱਥੇ ਬਣਿਆ ਵੀ ਹੋਇਆ ਹੈ, ਇਸ ਪੁਆਇੰਟ ਨੇ ਇੱਕ ਰੋਟੇਸ਼ਨ ਕੰਪਲੀਟ ਕਰਕੇ ਦੁਬਾਰਾ ਇਸ ਪੁਆਇੰਟ 'ਤੇ ਪਹੁੰਚਿਆ, ਇਸ ਤੋਂ ਇਸ ਪੁਆਇੰਟ ਤੱਕ, ਤਾਂ ਇਸ ਨੂੰ ਬੋਲਦੇ ਆ ਪਿੱਚ। ਤਾਂ P ਕੀ ਆ ਗਈ, VBT। ਤਾਂ ਆਪਾਂ ਨੇ ਵੈਲਿਊ ਪੁੱਟ ਕਰਤੀ T ਦੀ, ਆਪਣੇ ਕੋਲ P ਦੀ ਵੈਲਿਊ ਆ ਗਈ। R ਕੀ ਹੁੰਦਾ ਆਪਣਾ, ਰੇਡੀਅਸ ਆਫ ਦਾ ਹੈਲਿਕਸ। ਤਾਂ ਇਹ ਸੀ ਆਪਣਾ ਮੋਸ਼ਨ ਐਂਡ ਮੈਗਨੈਟਿਕ ਫੀਲਡ। ਇੱਕ ਮੈਗਨੈਟਿਕ ਫੀਲਡ ਦੇ ਅਕੋਰਡਿੰਗ ਮੋਸ਼ਨ ਕਿਸ ਤਰ੍ਹਾਂ ਹੁੰਦੀ ਹੈ। ਨੈਕਸਟ ਆਪਣੇ ਕੋਲ ਆਉਂਦਾ ਹੈ ਮੋਸ਼ਨ ਇਨ ਅ ਕੰਬਾਈਨਡ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡਸ। ਅਗਰ ਆਪਣੇ ਕੋਲ ਕੰਬਾਈਨਡ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਨੇ, ਉਹਨਾਂ ਵਿੱਚ ਮੋਸ਼ਨ ਕਿਸ ਤਰ੍ਹਾਂ ਹੋਏਗੀ। ਫਸਟਲੀ ਗੱਲ ਆਉਂਦੀ ਹੈ ਵੈਲੋਸਿਟੀ ਸਿਲੈਕਟਰ ਦੀ, ਕਿ ਆਪਾਂ ਨੇ ਇੱਕ ਵੈਲੋਸਿਟੀ ਸਿਲੈਕਟਰ ਲੈ ਕੇ ਚੱਲਣਾ ਹੈ, ਉਸ ਦੇ ਵਿੱਚ ਦੇਖਣਾ ਕਿਸ ਤਰ੍ਹਾਂ ਆਪਣੀ ਵੈਲੋਸਿਟੀ ਕਿੰਨੀ ਆਏਗੀ। ਹੁਣ ਦੇਖੋ ਆਪਾਂ ਨੇ ਉਸੇ ਤਰ੍ਹਾਂ ਫੋਰਸ ਲੈ ਕੇ ਚੱਲੇ, ਇਲੈਕਟ੍ਰਿਕ ਫੋਰਸ ਲੈ ਲਈ, ਮੈਗਨੈਟਿਕ ਫੋਰਸ ਲੈ ਲਈ। ਆਪਾਂ ਨੇ ਫਾਰਮੂਲਾ ਲਿਖ ਲਿਆ QE+V×B। ਆਪਾਂ ਨੂੰ ਦੇਖੋ ਤਿੰਨਾਂ ਦੀ ਡਾਇਰੈਕਸ਼ਨ ਆਪਾਂ ਨੂੰ ਪਤਾ ਹੈ, ਜੋ V ਹੈ ਰਿਪਰੈਜ਼ੈਂਟਿੰਗ x ਡਾਇਰੈਕਸ਼ਨ, ਤਾਂ ਕਿਸ ਤਰ੍ਹਾਂ ਲਿਖਾਂਗੇ, VI ਕੈਪ। ਇਲੈਕਟ੍ਰਿਕ ਫੀਲਡ ਇਨ y ਡਾਇਰੈਕਸ਼ਨ ਲਿਖਾਂਗੇ EJ ਕੈਪ, ਐਂਡ B ਇਜ਼ ਇਨ Z ਡਾਇਰੈਕਸ਼ਨ, ਕਿਸ ਤਰ੍ਹਾਂ ਲਿਖਾਂਗੇ, BK ਕੈਪ। ਠੀਕ ਹੈ, ਆਪਾਂ ਨੇ I, J, K ਐਂਡ K ਨੂੰ ਤਿੰਨਾਂ ਨੂੰ ਪੁੱਟ ਕਰਤਾ। ਤਾਂ ਆਪਣੀ ਜੋ ਇਲੈਕਟ੍ਰਿਕ ਫੋਰਸ ਹੈ ਕਿਸ ਤਰ੍ਹਾਂ ਆ ਰਹੀ ਹੈ, QEJ ਕੈਪ, ਐਂਡ ਮੈਗਨੈਟਿਕ ਫੋਰਸ ਆ ਰਹੀ ਹੈ QV×B। ਕ੍ਰੋਸ ਕਰਕੇ I×K ਕੀ ਹੁੰਦਾ ਹੈ, -J। ਤਾਂ ਇਲੈਕਟ੍ਰਿਕ ਐਂਡ ਮੈਗਨੈਟਿਕ ਦੋਨੋਂ ਹੀ J ਫਾਰਮ 'ਚ ਆ ਗਈ ਆਪਣੇ ਕੋਲ। ਠੀਕ ਹੈ, ਤਾਂ ਆਪਾਂ ਨੇ J ਕੋਮਾ ਨਿਕਾਲ ਲਿਆ, ਆਪਣੇ ਕੋਲ F ਆ ਗਈ QE-VB J ਕੈਪ। ਠੀਕ ਹੈ, ਬਟ ਆਪਾਂ ਨੂੰ ਪਤਾ ਹੈ ਕਿ ਜੋ ਇਲੈਕਟ੍ਰਿਕ ਅਤੇ ਮੈਗਨੈਟਿਕ ਫੋਰਸਿਸ ਨੇ ਇਹ ਨੈਗੇਟਿਵ ਹੋਣ ਕਰਕੇ ਆਪਸ ਦੇ ਵਿੱਚ ਓਪੋਜ਼ਿਟ ਜਾ ਰਹੀਆਂ ਨੇ, ਬਟ ਸੇਮ ਡਾਇਰੈਕਸ਼ਨ ਦੇ ਵਿੱਚ ਜਾ ਰਹੀਆਂ ਨੇ। ਮੀਨਸ Y ਫਾਰਮ 'ਚ ਆ ਰਹੀਆਂ ਨੇ ਬਟ ਓਪੋਜ਼ਿਟਲੀ ਜਾ ਰਹੀਆਂ ਨੇ। ਠੀਕ ਹੈ, ਕੰਪੋਨੈਂਟ ਨਾਲ ਸੇਮ ਆ ਰਿਹਾ, ਤਾਂ ਇਕੁਅਲ ਹੋ ਗਿਆ। ਆਪਾਂ ਇਹਨਾਂ ਨੂੰ ਇਕੁਏਟ ਕਰਤਾ, ਇਲੈਕਟ੍ਰਿਕ ਐਂਡ ਮੈਗਨੈਟਿਕ ਨੂੰ। ਜਦੋਂ ਇਕੁਏਟ ਕੀਤਾ ਆਪਣੇ ਕੋਲ ਕੀ ਆ ਗਿਆ, Q ਕੈਂਸਲ ਆਊਟ ਹੋ ਗਿਆ। ਆਪਣੇ ਕੋਲ ਵੈਲੋਸਿਟੀ ਦੀ ਵੈਲਿਊ ਆ ਗਈ V = E/B। ਇਹੀ ਆਪਣੀ ਮੇਨ ਕੰਡੀਸ਼ਨ ਹੈ ਜਿਹਨੂੰ ਅਸੀਂ ਵੈਲੋਸਿਟੀ ਜਿਹੜੀ ਹੈਗੀ ਕਿਸੇ ਵੀ ਪੁਆਇੰਟ ਚਾਰਜਿਸ ਜਿਹੜੇ ਹੁੰਦੇ ਨੇ ਉਹਨਾਂ ਦੀ ਵੈਲੋਸਿਟੀ ਨੂੰ ਪਤਾ ਕਰਨ ਲਈ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਇਸ ਲਈ ਅਸੀਂ ਬੋਲਦੇ ਹਾਂ ਇਹਨੂੰ ਵੈਲੋਸਿਟੀ ਸਿਲੈਕਟਰ, ਕਿਉਂਕਿ ਆਪਣੇ ਕੋਲ ਇੱਕ ਫਾਰਮੂਲਾ ਆ ਗਿਆ ਜਿਸ ਨੂੰ ਅੱਗੇ ਯੂਜ਼ ਕੀਤਾ ਜਾਂਦਾ। ਕਲੀਅਰ। ਦੈਨ ਆਪਣੇ ਕੋਲ ਆਉਂਦਾ ਹੈ ਸਾਈਕਲੋਟਰੋਨ। ਹੁਣ ਸਾਈਕਲੋਟਰੋਨ ਆਪਣੇ ਕੋਲ ਕੀ ਦੱਸ ਰਿਹਾ ਹੈ, ਇੱਕ ਇਹੋ ਜਿਹੀ ਮਸ਼ੀਨ ਹੁੰਦੀ ਹੈ ਸਾਈਕਲੋਟਰੋਨ
ਜੋ ਆਪਣੇ ਚਾਰਜ ਪਾਰਟੀਕਲਸ ਨੂੰ ਇੰਨੀ ਸਪੀਡ ਉਹਦੀ ਇੰਕਰੀਜ਼ ਕਰ ਦਿੰਦਾ ਚਾਰਜ ਪਾਰਟੀਕਲ ਦੀ ਕਿ ਉਹਨੂੰ ਉਸ ਮਸ਼ੀਨ ਤੋਂ ਹਾਈ ਐਨਰਜੀਜ਼ ਪ੍ਰੋਡਿਊਸ ਕਰ ਦਿੰਦੇ ਆ। ਮਤਲਬ ਉਹ ਇੱਕ ਚਾਰਜ ਪਾਰਟੀਕਲ ਨੂੰ ਬਹੁਤ ਜ਼ਿਆਦਾ એનર્ਜੀ ਦੇ ਦਿੰਦੇ ਨੇ ਤਾਂ ਕਿ ਉਹ ਬਹੁਤ ਜ਼ਿਆਦਾ ਹਾਈ એનર્ਜੀ ਨਾਲ ਐਕਸਲਰੇਟ ਕਰੇ, ਮੂਵ ਕਰੇ। ਇੰਨੀ એનર્ਜੀ ਪ੍ਰੋਡਿਊਸ ਕਰ ਦਿੰਦੇ ਨੇ ਸਾਈਕਲੋਟਰੋਨਸ। ਇਹਨਾਂ ਨੂੰ ਬਣਾਇਆ ਇਸ ਤਰ੍ਹਾਂ ਜਾਂਦਾ ਹੈ। ਦੇਖੋ ਆਪਣੇ ਕੋਲ ਨੀਚੇ ਦੇਖੋ ਇਹ ਡਾਇਗਰਾਮ ਬਣੀ ਹੋਈ ਹੈ ਸੀ। ਇਸ ਦੇ ਵਿੱਚ ਜੋ ਪੁਆਇੰਟ P ਹੈ ਉੱਥੇ ਆਪਾਂ ਨੇ ਇੱਕ ਇਲੈਕਟਰੋਨ ਰੱਖਣਾ ਹੈ। ਠੀਕ ਹੈ, ਆਪਣੇ ਕੋਲ ਸਾਈਡ 'ਤੇ ਡੀ ਸ਼ੇਪ ਦੇ ਵਿੱਚ 2 Ds ਬਣੀਆਂ ਹੋਈਆਂ ਜਿਸ ਨੂੰ ਅਸੀਂ D1 ਐਂਡ D2 ਰਿਪਰੈਜ਼ੈਂਟ ਕਰ ਰਹੇ ਹਾਂ। D1 ਐਂਡ D2 ਨਾਲ ਆਪਾਂ ਨੇ ਕੀ ਲਗਾਇਆ ਹੋਇਆ, ਇੱਕ ਆਕਸੀਲੇਟਰ ਲਗਾਇਆ ਹੋਇਆ ਜੋ ਕਿ ਆਪਣਾ ਇਲੈਕਟ੍ਰਿਕ ਫੀਲਡ ਹੈ। ਠੀਕ ਹੈ, ਐਂਡ ਇਸ D ਦੇ ਦੋਨਾਂ ਸਾਈਡ 'ਤੇ ਆਪਾਂ ਨੇ ਕੀ ਲਗਾਇਆ ਹੋਇਆ, ਇੱਕ ਮੈਗਨੈਟਿਕ ਫੀਲਡ ਲਗਾਇਆ ਹੋਇਆ ਨੌਰਥ ਐਂਡ ਸਾਊਥ, ਜੋ ਆਪਣੇ ਕੋਲ ਤੇ ਸ਼ੋ ਨਹੀਂ ਕੀਤੇ ਹੋਏ ਬਟ ਆਪਾਂ ਨੇ ਲਗਾਏ ਹੋਏ ਹੈ। ਠੀਕ ਹੈ, ਹੁਣ ਜੋ ਡਿਫਲੈਕਸ਼ਨ ਪਲੇਟ ਹੈ ਉਸ ਪੁਆਇੰਟ ਤੋਂ ਕੀ ਹੈ, ਆਊਟ ਦੀ ਡਾਇਰੈਕਸ਼ਨ ਬਣੀ ਹੋਈ ਹੈ, ਐਗਜ਼ਿਟ ਪੋਰਟ ਬਣਿਆ ਹੋਇਆ ਹੈ ਜਿੱਥੇ ਆਪਣੇ ਕੋਲ ਕੀ ਹੈ, ਚਾਰਜ ਪਾਰਟੀਕਲ ਆਏਗਾ। ਕੀ ਹੁੰਦਾ ਹੈ ਇਸ ਦੇ ਵਿੱਚ, ਆਪਾਂ ਨੇ ਚਾਰਜ ਪਾਰਟੀਕਲ ਲੈਣੇ ਆ, ਇਸ ਪੁਆਇੰਟ P ਦੇ ਉੱਪਰ ਰੱਖਦੇ ਹਾਂ। ਜਦੋਂ ਹੀ ਆਪਾਂ ਇਹਨੂੰ ਮੂਵ ਕਰਨਾ ਸ਼ੁਰੂ ਕਰਦੇ ਹਾਂ ਇਹ ਚਾਰਜ ਪਾਰਟੀਕਲ ਗੈਪ ਤੋਂ ਮੂਵ ਕਰਦਾ। ਜਦੋਂ ਹੀ ਮੂਵ ਕਰਕੇ ਸਰਕੂਲਰ ਮੋਸ਼ਨ ਦੇ ਵਿੱਚ ਗੈਪ 'ਚ ਆਉਂਦਾ ਹੈ ਉਸ ਦੀ ਵੈਲੋਸਿਟੀ ਜੋ ਹੈ ਇੰਕਰੀਜ਼ ਹੋ ਜਾਂਦੀ ਹੈ, ਮੀਨਸ ਸਪੀਡ ਵੱਧ ਜਾਂਦੀ ਹੈ। ਤਾਂ ਜਦੋਂ ਹੀ ਗੈਪ 'ਚ ਆਉਂਦਾ ਸਪੀਡ ਇੰਕਰੀਜ਼ ਕਰਕੇ ਅੱਗੇ ਨੂੰ ਮੂਵ ਕਰਦਾ, ਫਿਰ ਗੈਪ 'ਚ ਆਉਂਦਾ ਸਪੀਡ ਇੰਕਰੀਜ਼ ਕਰਦਾ ਅੱਗੇ ਨੂੰ ਮੂਵ ਕਰਦਾ, ਕਿਉਂਕਿ ਇਹਦੇ ਵਿੱਚ ਕੀ ਪਾਏ ਹੋਏ ਨੇ, ਚਾਰਜ ਪਾਰਟੀਕਲਸ, ਆਇਨਸ ਨੇ। ਜੋ ਡੀਜ਼ ਨੇ ਉਹਨਾਂ ਵਿੱਚ ਆਪਣੇ ਕੋਲ ਕੀ ਪਾਏ ਹੋਏ ਨੇ, ਆਇਨਸ ਪਾਏ ਹੋਏ ਨੇ। ਤਾਂ ਜੋ ਇਹ ਆਇਨਸ ਨੇ ਇਹ ਉਸਦੀ ਸਪੀਡ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਜੋ ਗੈਪ ਦੇ ਵਿੱਚ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਹਰ ਇੱਕ ਸਰਕੂਲਰ ਮੋਸ਼ਨ ਤੋਂ ਬਾਅਦ ਉਹਦੀ ਸਪੀਡ ਕੀ ਹੈ, ਇੰਕਰੀਜ਼ ਹੁੰਦੀ ਜਾਂਦੀ ਹੈ। ਤਾਂ ਇੱਕ ਟਾਈਮ 'ਤੇ ਨਾਲ ਉਹਦੀ ਵੈਲੋਸਿਟੀ, ਉਹਦੀ એનર્ਜੀ ਜੋ ਹੈ ਜੋ ਵੀ ਉਹ ਵੀ ਇੰਕਰੀਜ਼ ਹੋ ਰਹੀ ਹੈ। ਤਾਂ ਇੱਕ ਪੁਆਇੰਟ ਇਹੋ ਜਿਹਾ ਆਏਗਾ ਕਿ ਉਹਦੀ ਪੂਰੀ ਹਾਈ એનર્ਜੀ ਹੋ ਜਾਏਗੀ ਤਾਂ ਉਸ ਵਾਸਤੇ ਨੈਕਸਟ ਸਰਕੂਲਰ ਮੋਸ਼ਨ ਨਹੀਂ ਕਰੇਗਾ ਤਾਂ ਉਹ ਉਸ ਐਗਜ਼ਿਟ ਪੋਰਟ ਤੋਂ ਬਾਹਰ ਆ ਕੇ ਆਪਣਾ ਜੋ ਟਾਰਗੇਟ ਬਣਾਇਆ ਹੋਇਆ ਉਸ ਨੂੰ ਸਟ੍ਰਾਈਕ ਕਰ ਜਾਏਗਾ ਅਤੇ ਇਸ ਪਾਥ ਤੋਂ ਸਪਾਇਰਲ ਪਾਥ ਫੋਲੋ ਕਰੇਗਾ, ਇਸ ਤੋਂ ਬਾਹਰ ਹੋ ਜਾਏਗਾ। ਇਸ ਤਰ੍ਹਾਂ ਜੇ ਸਾਈਕਲੋਟਰੋਨ ਹੈ ਵਰਕ ਕਰਦਾ। ਹੁਣ ਆਪਾਂ ਨੇ ਗੱਲ ਕੀਤੀ ਹੈ ਕਿ ਹਾਂਜੀ ਹੁਣ ਆਪਾਂ ਨੂੰ ਪਤਾ ਇਹਦੇ ਵਿੱਚ ਕੀ ਹੋ ਰਹੀਆਂ ਸੀ, ਕਲੀਜ਼ਨਸ ਹੋ ਰਹੀਆਂ ਸੀ ਆਇਨਸ ਦੇ ਵਿੱਚ ਅਤੇ ਜਿਹੜੇ ਏਅਰ ਮੋਲੀਕਿਊਲ ਸੀ ਉਹਨਾਂ ਦੇ ਵਿੱਚ ਕਲੀਜ਼ਨਸ ਹੋ ਰਹੀਆਂ ਸੀ। ਤਾਂ ਆਪਾਂ ਕੀ ਅਪਲਾਈ ਕੀਤੀ, ਇੱਕ ਹਾਈ ਫ੍ਰੀਕੁਐਂਸੀ ਜਿਹੜੀ ਹੈਗੀ ਹੈ, ਵੋਲਟੇਜ ਹੈਗੀ ਹੈ ਉਹ ਅਪਲਾਈ ਕੀਤੀ ਆਪਾਂ ਨੇ ਆਕਸੀਲੇਟਰ ਥਰੂ। ਆਕਸੀਲੇਟਰ ਨੇ ਆਪਣੇ ਕੋਲੇ ਬਹੁਤ ਜ਼ਿਆਦਾ ਹਾਈ ਫ੍ਰੀਕੁਐਂਸੀ ਦੇ ਵਿੱਚ ਵੋਲਟੇਜ ਨੂੰ ਪ੍ਰੋਵਾਈਡ ਕੀਤਾ। ਇਸੇ ਕਰਕੇ ਜਿਹੜੇ ਪੋਜ਼ੀਟਿਵ ਆਇਨ ਸੀਗੇ ਜਾਂ ਚਾਰਜ ਪਾਰਟੀਕਲ ਸੀਗੇ ਉਹ ਇਹ ਸੈਂਟਰ P ਤੋਂ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਆ ਅਤੇ ਸੈਮੀ ਸਰਕੂਲਰ ਪਾਥ ਫੋਲੋ ਕਰਦੇ ਆ। ਠੀਕ ਹੈ, ਹੁਣ ਜਦੋਂ ਆਪਣੇ ਗੈਪ ਦੇ ਵਿੱਚ ਆਉਂਦੇ ਆ ਤਾਂ ਉਸ ਗੈਪ ਤੱਕ ਆਉਣ ਦਾ ਕਿੰਨਾ ਟਾਈਮ ਇੰਟਰਵਲ ਕਵਰ ਕਰਦੇ ਆ, T/2। ਠੀਕ ਹੈ, ਤਾਂ ਆਪਣੀ T ਕੀ ਆਏਗੀ, T = 1/V, ਮੀਨਸ 1/, ਫ੍ਰੀਕੁਐਂਸੀ, ਕਿਉਂਕਿ ਟਾਈਮ ਪੀਰੀਅਡ ਐਂਡ ਫ੍ਰੀਕੁਐਂਸੀ ਆਪਸ ਦੇ ਵਿੱਚ ਇਨਵਰਸਲੀ ਹੁੰਦੇ ਨੇ। ਤਾਂ ਆਪਣੇ ਕੋਲ T ਕੀ ਆ ਜਾਏਗਾ, 2πm/QB, ਮੀਨਸ ਆਪਣਾ ਫ੍ਰੀਕੁਐਂਸੀ ਕੀ ਸੀ, QB/2πm, ਜਿਸ ਨੂੰ ਅਸੀਂ ਸਾਈਕਲੋਟਰੋਨ ਫ੍ਰੀਕੁਐਂਸੀ ਬੋਲਦੇ ਹਾਂ। ਠੀਕ ਹੈ, VC। ਹੁਣ ਆਪਣੇ ਕੋਲ ਇੱਕ ਹੈਗੀ VA ਕੀ ਹੈ, ਵੋਲਟੇਜ ਜੋ ਆਪਾਂ ਨੇ ਇਹਨੂੰ ਅਪਲਾਈ ਕੀਤੀ ਸੀ ਉਸ ਵੋਲਟੇਜ ਦੀ ਫ੍ਰੀਕੁਐਂਸੀ ਹੈ VA, ਜਿਸ ਨਾਲ ਇਹਦੇ ਪੋਲੈਰਿਟੀਜ਼ ਚੇਂਜ ਹੋ ਰਹੀਆਂ। ਸੋ ਜਿਹੜੇ ਆਪਣੇ ਕੋਲ ਡੀਜ਼ ਹੈ ਉਹਨਾਂ ਦੀ ਪੋਲੈਰਿਟੀ ਚੇਂਜ ਹੋ ਰਹੀ ਸੀ। ਜਿਸ ਟਾਈਮ ਉਹ ਆਪਣੇ ਗੈਪ ਕੋਲ ਆਉਂਦਾ ਸੀ ਉਸ ਪੋਲੈਰਿਟੀ ਨੂੰ ਚੇਂਜ ਕਰ ਦਿੰਦਾ ਸੀ, ਓਪੋਜ਼ਿਟ ਕਰ ਦਿੰਦਾ ਸੀ, ਤਾਂ ਉਹਦੀ ਸਪੀਡ ਜਿਹੜੀ ਹੈ ਵੱਧ ਜਾਂਦੀ ਸੀ। ਫਿਰ ਇੱਕ ਟਾਈਮ ਐਵੇਂ ਦਾ ਆਇਆ ਕਿ ਦੋਨੋਂ ਜਿਹੜੀਆਂ ਫ੍ਰੀਕੁਐਂਸੀਜ਼ ਹੈ VA ਐਂਡ VC ਇਕੁਅਲ ਹੋ ਗਈਆਂ। ਉਸ ਨੂੰ ਅਸੀਂ ਬੋਲਦੇ ਹਾਂ ਰੈਜ਼ੋਨੈਂਸ ਕੰਡੀਸ਼ਨ। ਆਪਾਂ ਇਹਨੂੰ ਇਸ ਤਰ੍ਹਾਂ ਐਡਜਸਟ ਕੀਤਾ ਕਿ ਜੋ ਪੋਜ਼ੀਟਿਵ ਆਇਨਸ ਹੈ ਉਹ D1 ਜਾਂ D2 ਦੀ ਜਦੋਂ ਐਜ 'ਤੇ ਆਉਂਦੇ ਆ ਤਾਂ ਉਹ ਗੈਪ 'ਚ ਆ ਕੇ ਆਪਣੇ ਆਪ ਨੂੰ ਐਕਸਲਰੇਟ ਕਰ ਲੈਂਦੇ, ਆਪਣੀ ਸਪੀਡ ਇੰਕਰੀਜ਼ ਕਰ ਲੈਂਦੇ ਆ। ਠੀਕ ਹੈ, ਇਸੇ ਤਰ੍ਹਾਂ ਪ੍ਰੋਸੈਸ ਚੱਲਦਾ ਰਹਿੰਦਾ। ਉਹਨਾਂ ਦੀ ਐਨਰਜੀ ਜਿਹੜੀ ਹੈਗੀ ਹੈ ਕਿਨੈਟਿਕ ਐਨਰਜੀ ਇੰਕਰੀਜ਼ ਕਰਦੀ ਰਹਿੰਦੀ ਹੈ, ਦੈਨ ਉਹ ਐਗਜ਼ਿਟ ਸਲਿੱਟ 'ਚੋਂ ਮੂਵ ਕਰ ਜਾਂਦੇ ਆ। ਠੀਕ ਹੈ, ਤਾਂ ਹੁਣ ਇਹਨਾਂ ਦੀ ਵੀ ਕੀ ਆਈ ਆਪਣੇ ਕੋਲੇ, QBR/M, R ਇਜ਼ ਵਟ ਰੇਡੀਅਸ ਆਫ ਦਾ ਟ੍ਰਾਂਜੈਕਟਰੀ। ਠੀਕ ਹੈ, ਕੀ ਹੋਏਗੀ ਰੇਡੀਅਸ, ਜੋ ਆਪਣਾ D ਦਾ ਰੇਡੀਅਸ ਹੋਏਗਾ ਉਸ ਦੇ ਇਕੁਅਲ ਹੋਏਗੀ। ਇਹ ਆਪਾਂ ਨੇ ਫਾਈਂਡ ਆਊਟ ਕੀਤੀ ਸੀ QBR/M।
ठीक है। ਆਪਾਂ ਨੇ ਹੁਣ ਇਹਨੂੰ ਕਿਨੈਟਿਕ એનર્ਜੀ ਦੇ ਵਿੱਚ ਪੁੱਟ ਕਰਤਾ। ਕਿਨੈਟਿਕ એનર્ਜੀ ਕੀ ਹੁੰਦੀ ਹੈ 1/2 mv²। ठीक है, m ਦੇ ਵਿੱਚ ਪੁੱਟ ਕੀਤੀ ਵੈਲਿਊ ਕੀ ਆ ਗਿਆ Q² B² R² ਓਵਰ 2m ਆ ਗਿਆ। ਇੱਕ ਰੈਵੋਲੂਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ। ठीक है, ਹੁਣ ਆਪਾਂ ਨੂੰ ਪਤਾ ਹੀ ਹੈ ਕਿ ਸਾਈਕਲੋਟਰਨ ਕਿਸ ਲਈ ਯੂਜ਼ ਕੀਤਾ ਜਾਂਦਾ ਹੈ। ਕਾਫੀ ਸਾਰੇ ਨਿਊਕਲੀਅਸ ਜਿਹੜੇ ਨਿਊਕਲੀਆਈਜ਼ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ એનર્ਜੀ ਦੇ ਵਿੱਚ ਪਾਰਟੀਕਲਸ ਨੂੰ ਪ੍ਰੋਡਿਊਸ ਕਰਨ ਲਈ ਇਹਨੂੰ ਅਸੀਂ ਯੂਜ਼ ਕਰਦੇ ਹਾਂ। ਹੋਰ ਕਿੱਥੇ ਯੂਜ਼ ਕੀਤਾ ਜਾਂਦਾ ਇਹਨੂੰ ਹੋਸਪੀਟਲਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਰੇਡੀਓ ਐਕਟਿਵ ਸਬਸਟੈਂਸਿਸ ਨੂੰ ਪ੍ਰੋਡਿਊਸ ਕਰਨ ਦੇ ਲਈ ਜਾਂ ਉਹਨਾਂ ਦਾ ਟਰੀਟਮੈਂਟ ਕਰਨ ਦੇ ਲਈ ਜਾਂ ਉਹਨਾਂ ਦਾ ਡਾਇਗਨੋਸ ਕਰਨ ਦੇ ਲਈ ਕਿ ਹਾਂਜੀ ਕਿਹੜੀ ਪ੍ਰੋਬਲਮ ਹੈ ਉਹਨਾਂ ਨੂੰ, ਉਸ ਦੇ ਵਿੱਚ ਸਾਈਕਲੋਟਰਨ ਨੂੰ ਯੂਜ਼ ਕੀਤਾ ਜਾਂਦਾ ਹੈ। ਕਲੀਅਰ? ਓਕੇ, ਦੈਨ ਆਪਾਂ ਜੋ ਨੈਕਸਟ ਟੋਪਿਕ ਹੈ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਆਪਣਾ ਬਾਇਓਟ ਸੇਵਰਟਸ ਲਾ। ਓਕੇ, ਇੱਥੋਂ ਤੱਕ ਤੁਸੀਂ ਸਟੱਡੀ ਕਰ ਲਿਓ। ਓਕੇ, ਥੈਂਕ ਯੂ।